इलाहाबाद हाई कोर्ट ਵੱਲੋਂ 43 ਉਹਨਾਂ ਵਿਅਕਤੀਆਂ ਨੂੰ ਉਹਨਾਂ ਦੀ ਸਜ਼ਾ ਘਟਾ ਦਿੱਤੀ ਜਾਂਦੀ ਹੈ ਜਿਹੜੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੀ। ਉਹਨਾਂ ਦੀ ਸਜ਼ਾ ਜਿਹੜੀ 7-7 ਸਾਲ ਦੀ ਕਰ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ 43 ਵਿਅਕਤੀਆਂ ਦੇ ਨੂੰ ਕਤਲ ਕੀਤਾ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ। ਬਿਲਕਿਸ ਬਾਨੋ ਜਿਨ੍ਹਾਂ ਨਾਲ ਘਿਨਾਉਣਾ ਰੇਪ ਹੋਇਆ, ਉਹ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਰੇਪਿਸਟ ਹੈ ਉਹਨਾਂ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਂਦਾ। ਇਹਨਾਂ ਘਟਨਾਵਾਂ ਤੋਂ ਬਾਅਦ ਇੱਕ ਨਵੀਂ ਜਿਹੜੀ ਚਰਚਾ ਛਿੜੀ ਹੋਈ ਹੈ ਕਿ ਵਾਕਈ ਭਾਰਤ ਦਾ ਨਿਆਂ ਪ੍ਰਬੰਧ ਲੋਕ ਪੱਖੀ ਆ, ਲੋਕਾਂ ਨੂੰ ਨਿਆਂ ਦੇਣਾ ਚਾਹੁੰਦਾ, ਜਾਂ ਇਹਦੇ ਪਿੱਛੇ ਰਾਜਨੀਤਿਕ ਤਾਕਤਾਂ ਨੇ ਜਿਹੜੀਆਂ ਰਾਜਨੀਤੀ ਆ ਉਹ ਇਹਨੂੰ ਕਵਰ ਕਰ ਰਹੀ ਹੈ, ਇਹਨੂੰ ਚਲਾ ਰਹੀ ਹੈ। 2014 ਤੋਂ ਜਦੋਂ ਤੋਂ ਸਰਕਾਰ ਆਈ ਹੈ ਉਹਨਾਂ ਨੇ ਸੰਵਿਧਾਨ ਦੀ ਆਰਟੀਕਲ ਵਾਈਜ਼ ਆਰਟੀਕਲ ਉਲੰਘਣਾ ਕੀਤੀ। ਧਰਮ ਦੇ ਨਾਮ ਤੇ ਇਲੈਕਸ਼ਨ ਜਿੱਤ ਰਹੇ ਆ, ਲੜ ਰਹੇ ਆ, ਜਦੋਂ ਕਿ ਸੰਵਿਧਾਨ ਕਹਿੰਦਾ ਧਰਮ ਦੇ ਨਾਮ ਤੇ ਅਸੀਂ ਵੋਟ ਵੀ ਨਹੀਂ, ਇੱਕ ਵੋਟ ਨਹੀਂ ਮੰਗ ਸਕਦੇ। ਇੱਥੇ ਧਰਮ ਦੇ ਨਾਮ ਤੇ ਇਲੈਕਸ਼ਨ ਆਫਟਰ ਇਲੈਕਸ਼ਨ ਜਿੱਤੀ ਜਾ ਰਹੀ, ਧਰਮ ਦੇ ਨਾਮ ਤੇ ਦੰਗੇ ਕਰਵਾਏ ਜਾ ਰਹੇ, ਧਰਮ ਦੇ ਨਾਮ ਤੇ ਕਤਲੇਆਮ ਕੀਤੇ ਜਾ ਰਹੇ, और उसके बावजूद इलैक्शन कमीशन चुप है, हाई कोर्ट चुप है, सुप्रीम कोर्ट चुप है। थोड़े सामने घर तोड़े जा रहे हैं बिना कानून तो। उस हालात में सुप्रीम कोर्ट बिल्कुल वही गल 84 सिख मारे जा रहे थे, सुप्रीम कोर्ट सुता पिया सी, हाई कोर्ट सुता पिया सी, मजिस्ट्रेट सुता पिया सी, हर कोल इन्नी पावर है अपने इलाके में, मगर नहीं ले। इस करके देश टुटदा है। जो मिनोरिटी को टारगेट करके तुसीं मेजोरिटी कम्यूनिटी को खुश करके वोटां लैंदे हो, ये है तो बड़ी चलाकी। ये लगता कि बहुत चंगा काम कर रहे, पर देश कमजोर होता, देश टुटदा है। जो नारा ला रहे हैं खंड भारत का, ये एक्चुअली खंड भारत का शुरुआत है, क्योंकि जितन तुसीं मिनोरिटी तो छोटी जी बहुत औखी करती था। 2 करोड़ मिनोरिटी, 16 करोड़ थे मुस्लिम, 1 करोड़ 2 करोड़ क्रिश्चियन, और तुम सोचते कि ना सब नूं तुसीं चुप करा लो। देश टुट जाते हैं, बहुत बड़े बड़े देश टुट जाते हैं। उत्थे नीगरो सिर्फ 12% है अमेरिका में, एक नीगरो मरदा तो सारा देश तबाह बंद हो जाता है। ਸਤਿ ਸ਼੍ਰੀ ਅਕਾਲ ਦੋਸਤੋ, ਸਮੇਂ ਦੀ ਆਵਾਜ਼ ਰੇਡੀਓ ਸਪਾਈਸ ਤੇ ਤੁਹਾਡਾ ਸਵਾਗਤ ਕਰਦਾ ਮੈਂ ਕਰਮ ਸੇਖਾ। ਦੋਸਤੋ, ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ, ਪਰ ਜਿਹੜੀਆਂ ਨਵੀਆਂ ਉਦਾਹਰਨਾਂ ਸਾਹਮਣੇ ਆਈਆਂ ਨੇ, ਜਿੱਦਾਂ ਭਾਰਤ ਨੂੰ ਪਾਰਸ਼ਲੀ ਫ੍ਰੀ ਕੰਟਰੀ ਵੀ ਕਿਹਾ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਘਟਨਾਵਾਂ ਵਾਪਰ ਰਹੀਆਂ ਨੇ। ਇਲਾਹਾਬਾਦ ਹਾਈ ਕੋਰਟ ਵੱਲੋਂ 43 ਉਹਨਾਂ ਵਿਅਕਤੀਆਂ ਨੂੰ ਉਹਨਾਂ ਦੀ ਸਜ਼ਾ ਘਟਾ ਦਿੱਤੀ ਜਾਂਦੀ ਆ ਜਿਹੜੇ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸੀ। ਉਹਨਾਂ ਦੀ ਸਜ਼ਾ ਜਿਹੜੀ 7-7 ਸਾਲ ਦੀ ਕਰ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ 43 ਵਿਅਕਤੀਆਂ ਦੇ ਨੂੰ ਕਤਲ ਕੀਤਾ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ। ਇਸ ਤੋਂ ਬਾਅਦ ਬਿਲਕਿਸ ਬਾਨੋ ਜਿਨ੍ਹਾਂ ਨਾਲ ਘਿਨਾਉਣਾ ਰੇਪ ਹੋਇਆ, ਉਹ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਰੇਪਿਸਟ ਹੈ ਉਹਨਾਂ ਦੀ ਸਜ਼ਾ ਨੂੰ ਮਾਫ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਾਂਦਾ। ਇਹਨਾਂ ਘਟਨਾਵਾਂ ਤੋਂ ਬਾਅਦ ਇੱਕ ਨਵੀਂ ਜਿਹੜੀ ਚਰਚਾ ਛਿੜੀ ਹੋਈ ਹੈ ਕਿ ਵਾਕਈ ਭਾਰਤ ਦਾ ਨਿਆਂ ਪ੍ਰਬੰਧ ਲੋਕ ਪੱਖੀ ਆ, ਲੋਕਾਂ ਨੂੰ ਨਿਆਂ ਦੇਣਾ ਚਾਹੁੰਦਾ, ਜਾਂ ਇਹਦੇ ਪਿੱਛੇ ਰਾਜਨੀਤਿਕ ਤਾਕਤਾਂ ਨੇ ਜਿਹੜੀਆਂ ਰਾਜਨੀਤੀ ਆ ਉਹ ਇਹਨੂੰ ਕਵਰ ਕਰ ਰਹੀ ਹੈ, ਇਹਨੂੰ ਚਲਾ ਰਹੀ ਹੈ। ਆਪਾਂ ਗੱਲ ਕਰਾਂਗੇ, ਸਾਡੇ ਨਾਲ ਨੇ ਉੱਘੇ ਵਕੀਲ ਰਾਜਵਿੰਦਰ ਬੈਂਸ, ਜੋ ਲਗਾਤਾਰ ਮਨੁੱਖੀ ਅਧਿਕਾਰਾਂ ਲਈ ਵੀ ਕੰਮ ਕਰਦੇ ਆਏ ਆ। ਝੂਠੇ ਪੁਲਿਸ ਮੁਕਾਬਲੇ ਚਾਹੇ ਉਹ ਨਕਸਲਾਈਟ ਮੂਵਮੈਂਟ 'ਚ ਹੋਇਆ, ਚਾਹੇ ਉਹ ਖਾਲਿਸਤਾਨੀ ਮੂਵਮੈਂਟ 'ਚ ਹੋਇਆ, ਉਹਨਾਂ ਨੂੰ ਫ੍ਰੀ ਲੜਦੇ ਰਹੇ ਆ ਉਹਨਾਂ ਕੇਸਾਂ ਨੂੰ। ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਬੈਂਸ ਸਾਹਿਬ, ਜਿੱਦਾਂ ਆਪਾਂ ਚਰਚਾ ਕਰ ਰਹੇ ਹਾਂ ਵੀ ਘਟਨਾਵਾਂ ਵਾਪਰ ਰਹੀਆਂ ਨੇ, ਇਲਾਹਾਬਾਦ ਹਾਈ ਕੋਰਟ ਵੱਲੋਂ ਸਜ਼ਾ ਘਟਾਈ ਜਾਂਦੀ ਆ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ, ਅਤੇ ਬਿਲਕਿਸ ਬਾਨੋ ਦੀ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਜਾਂਦੀ ਹੈ। ਕਿੱਦਾਂ ਦੇਖਦੇ ਹੋ ਵੀ ਭਾਰਤੀ ਨਿਆਂ ਪ੍ਰਬੰਧ 'ਚ ਇਹ ਕਿਉਂ ਵਾਪਰ ਰਿਹਾ ਇਸ ਤਰ੍ਹਾਂ? यही तो मेन इशू है कि जेडे द क्वालिटी ऑफ जजिस, ਇਹੋ ਜਿਹੀ ਜਜਮੈਂਟ ਬਿਲਕਿਸ ਬਾਨੋ ਵਰਗੀ ਕੇਸ ਵਿੱਚ ਤਾਂ ਚਲੋ ਉਹਦੇ ਜੁਡੀਸ਼ਰੀ ਦਾ ਤਾਂ ਕੋਈ ਕਸੂਰ ਨਹੀਂ, ਸੁਪਰੀਮ ਕੋਰਟ ਦਾ ਕਸੂਰ ਜ਼ਰੂਰ ਹੈ ਕਿ ਸੁਪਰੀਮ ਕੋਰਟ ਨੇ ਇੱਦਾਂ ਦੇ ਕੇਸ ਵਿੱਚ ਹਦਾਇਤ ਦਿੱਤੀ ਕਿ ਇਹਨਾਂ ਨੂੰ ਫ੍ਰੀ ਵਿੱਚੋਂ ਰਿਲੀਜ਼ ਕਰਨ ਦਾ ਫੈਸਲਾ ਲਾਓ, ਔਰ ਹੁਣ ਉਹਦੀ ਰਿਵਿਊ ਪਟੀਸ਼ਨ ਅੱਜ ਅਖਬਾਰ ਵਿੱਚ ਆਇਆ, ਡਿਸਮਿਸ ਕਰਤੀ। ਇੱਦਾਂ ਦੇ ਘਿਨੌਣੇ ਕ੍ਰਾਈਮ ਦੇ ਵਿੱਚ ਮਰਸੀ ਦੇਣਾ ਇਟਸੈਲਫ ਕੋਈ ਗੱਲ ਬਣਦੀ ਨਹੀਂ। ਬਲਾਤਕਾਰ, ਮਰਡਰ, ਗੈਂਗ ਰੇਪ, ਕਈ ਮਰਡਰ, और उस तो बाद जिस तरह ट्रायल में शिफ्ट करना पिया सुप्रीम कोर्ट में, कितनी मुश्किल नाल केस खत्म होया। और ये गल पीलीभीत केस में भी ठीक है, वो इनकाउंटर 90 ਦੇ ਹੋਇਆ ਸੀ मेरा ख्याल, पीलीभीत इनकाउंटर भी, और 10 ਮੁੰਡਿਆਂ ਨੂੰ ਬੱਸੋਂ ਕਰਕੇ ਸਿੱਧਾ ਮਾਰਤਾ ਸੀ। और की रीज़न नहीं ਦਿੱਤੀ हाई कोर्ट ने कि जी सच उन्होंने कोई इंटेंशन नहीं सी, इंटेंशन तो तुसीं मार के दस सकते हैं। उन्होंने कोल हथियार नहीं मिले, ना वो टैररिस्ट सी, झूठ किया कि टैररिस्ट सी, तुसीं मारना चाहते सी प्रमोशनल लैन लई क्योंकि सिख सी, इस करके मार देते।
ਕਿੰਨੀ ਮਿਹਨਤ ਨਾਲ ਉਹਨਾਂ ਨੂੰ ਟਰਾਇਲ ਚੱਲਿਆ, ਕਿੰਨੀ ਮੁਸ਼ਕਲ ਨਾਲ ਟਰਾਇਲ ਕੋਰਟ ਨੇ ਸਜ਼ਾ ਦਿੱਤੀ, ਔਰ ਤੁਸੀਂ ਕਿੰਨੇ ਸ਼ਾਂਤੀ ਨਾਲ ਉਹਨਾਂ ਨੂੰ 7 ਸਜ਼ਾ ਦੇ ਦਿੱਤੀ। ਇਹ ਹੁੰਦੇ ਜਿਹੜੇ ਨਾ ਇਟਰਨਿਟੀ ਲਈ ਹਜ਼ਾਰਾਂ ਸਾਲਾਂ ਲਈ ਫੈਸਲੇ ਤੇ ਇਹ ਸ਼ਰਮ ਆਏਗੀ ਇਲਾਹਾਬਾਦ ਹਾਈ ਕੋਰਟ ਨੂੰ। ਜਿਸ ਤਰ੍ਹਾਂ ਐਮਰਜੈਂਸੀ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸੀ, ਜਿੱਥੇ ਉਹਨਾਂ ਨੇ ਕਿਹਾ ਸੀ, ਜਿਹਨੂੰ ਏਡੀਐਮ ਸ਼ੁਕਲਾ ਏਡੀਐਮ ਜਬਲਪੁਰ ਦਾ ਫੈਸਲਾ ਕਹਿੰਦੇ ਨੇ, ਜਿੱਥੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਰਾਈਟ ਟੂ ਲਿਬਰਟੀ ਹੈ ਇਹ ਤਾਂ ਪ੍ਰੈਜ਼ੀਡੈਂਟ ਲੈ ਸਕਦਾ, ਪ੍ਰੈਜ਼ੀਡੈਂਟ ਵਾਪਸ ਲੈ ਸਕਦਾ, ਇਸ ਕਰਕੇ ਤੁਹਾਡੀ ਕੋਈ ਆਜ਼ਾਦੀ ਨਹੀਂ, ਤੁਸੀਂ ਕਿਸੇ ਹਾਈ ਕੋਰਟ ਵਿੱਚ ਜਾ ਨਹੀਂ ਸਕਦੇ, ਹੇਬੀਅਸ ਕਾਰਪਸ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜਦੋਂ ਲੋਕਾਂ ਨੇ ਆਜ਼ਾਦ ਕਰਾਇਆ ਮੁਲਕ ਨੂੰ ਇੰਦਰਾ ਗਾਂਧੀ ਤੋਂ, ਤਾਂ ਉਹਨਾਂ ਨੇ ਸੁਪਰੀਮ ਕੋਰਟ ਨੂੰ ਵੀ ਆਜ਼ਾਦ ਕਰਾਇਆ। ਫਿਰ ਸੁਪਰੀਮ ਕੋਰਟ ਵਿੱਚ ਥੋੜ੍ਹੀ ਜਾਨ ਪਈ, ਤਾਂ ਉਸ ਤੋਂ ਬਾਅਦ ਕਈ ਸਾਲ ਚੱਲਿਆ। ਮਗਰ ਹੁਣ ਜਿੱਦਾਂ ਦੇ ਫੈਸਲੇ ਆ ਰਹੇ ਹੈ, ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਆਪਣਾ ਜਿਹੜਾ ਰੋਲ ਹੈ ਉਹੀ ਭੁੱਲ ਗਿਆ। ਬਿਲਕੁਲ ਬਾਨੋ ਵਰਗੇ ਫੈਸਲੇ ਨੂੰ ਰਿਵਿਊ ਨਾ ਕਰਨਾ, ਉਹਨਾਂ ਦੇ ਕਾਤਲਾਂ ਨੂੰ ਜਾਂ ਬਲਾਤਕਾਰੀਆਂ ਨੂੰ ਸਰਕਾਰ ਛੱਡ ਦੇਵੇ ਔਰ ਤੁਸੀਂ ਉਹਨਾਂ ਦੇ ਇੰਟਰਫੇਅਰ ਨਹੀਂ ਕਰਨਾ ਜਾਂ ਰੋਕਣਾ ਨਹੀਂ। ਔਰ ਪੀਲੀਭੀਤ ਵਰਗੇ ਜਿੱਥੇ ਬਿਲਕੁਲ ਸਿੱਧਾ ਮਰਡਰ ਕੀਤਾ, ਉਹ ਕਿਹਨਾਂ ਨੇ, ਲਾਅ ਇਨਫੋਰਸਮੈਂਟ ਨੇ। ਇਹ ਤਾਂ ਉਸ ਤੋਂ ਵੀ ਘਿਨਾਉਣਾ ਕਰਾਈਮ ਹੈ, ਮਰਡਰ ਤੋਂ ਜ਼ਿਆਦਾ ਘਿਨਾਉਣਾ ਕਰਾਈਮ। ਮਰਡਰ ਤਾਂ ਬੰਦਾ ਗੁੱਸੇ 'ਚ ਕਰਦਾ, ਬਦਲੇ ਦੀ ਭਾਵਨਾ ਵਿੱਚ ਕਰਦਾ, ਲਾਲਚ ਵਿੱਚ ਕਰਦਾ। ਤੁਸੀਂ ਤਾਂ ਬਿਲਕੁਲ ਉੱਦਾਂ ਹੀ ਮਾਰਤਾ, ਤੁਸੀਂ ਰਖਵਾਲੇ ਸੀ, ਬੰਦਾ ਸਿਟੀਜ਼ਨ ਤੁਹਾਡਾ ਕਿ ਤੁਸੀਂ ਰਾਖੀ ਕਰੋਗੇ। ਤੁਸੀਂ ਬੱਸ ਵਿੱਚ ਕਹਾ ਕੇ ਕਿਉਂਕਿ ਤੁਸੀਂ ਚਾਹੁੰਦੇ ਸੀ ਕਿ ਅਸੀਂ ਵੀ ਕੁਝ ਕਾਂਡ ਕਰੀਏ, ਅਸੀਂ ਵੀ ਆਪਣੇ ਆਪ ਨੂੰ ਕਹੀਏ ਕਿ ਅਸੀਂ ਬੜੇ ਚੰਗੇ ਪੁਲਿਸ ਅਫਸਰ ਹਾਂ। ਉਸ ਤੁਸੀਂ 10 ਬੰਦਿਆਂ ਦੀ ਹੱਤਿਆ ਕਰਤੀ ਔਰ 7 ਸਾਲ ਸਜ਼ਾ, 40 ਸਾਲਾਂ ਬਾਅਦ, 30 ਸਾਲਾਂ ਬਾਅਦ। ਇਸ ਕਰਕੇ ਜਿਹਨੂੰ ਕਹਿੰਦੇ ਨਾ ਕਿ ਪੁੱਠਾ ਲਟਕਾ ਦੇਣਾ ਨਿਆਂਪਾਲਿਕਾ ਨੂੰ, ਪੁੱਠਾ, ਅਬਜ਼ਰਡ, ਪਰਵਰਸ, ਕੋਈ ਵੀ ਸ਼ਬਦ ਘੱਟ ਹੈ ਇੱਕ ਇੱਦਾਂ ਦੇ ਫੈਸਲੇ ਨੂੰ। ਕਿ ਕਿਸ ਤਰ੍ਹਾਂ ਆਪਾਂ ਇਹ ਫੈਸਲੇ ਨੂੰ ਕਵਾਂਗੇ, ਜਾਇਜ਼ ਤਾਂ ਬਿਲਕੁਲ ਹੀ, ਨਾਜਾਇਜ਼ ਵੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਬਿਲਕੁਲ ਹੀ ਅੰਗਰੇਜ਼ੀ ਸ਼ਬਦ ਹੈ ਪਰਵਰਸ, ਕਿ ਕੋਈ ਇਹੋ ਜਿਹਾ ਫੈਸਲਾ ਦੇ ਨਹੀਂ ਸਕਦਾ, ਉਹਨਾਂ ਨੇ ਦਿੱਤਾ। ਫਿਰ ਮਤਲਬ ਇਹ ਵਾਪਰ ਕਿਉਂ ਰਿਹਾ? ਕਿਉਂਕਿ ਭਾਰਤ ਇੱਕ ਹਿੰਦੂ ਰਾਸ਼ਟਰ ਦੀ ਜਿਹੜੀ ਧਾਰਨਾ ਬਣਾਈ ਜਾ ਰਹੀ ਹੈ, ਇੱਕ ਰਾਸ਼ਟਰ, ਹਿੰਦੂ ਰਾਸ਼ਟਰ, ਅੱਜ ਘੱਟ ਗਿਣਤੀਆਂ ਦੇ ਖਿਲਾਫ, ਚਾਹੇ ਉਹ ਮੁਸਲਿਮ ਨੇ ਚਾਹੇ ਸਿੱਖ ਨੇ। ਇਹ ਦੋਨੋਂ ਫੈਸਲੇ ਜਿਹੜੇ ਆਪਾਂ ਚਰਚਾ ਕਰ ਰਹੇ ਹਾਂ, ਇੱਕ ਮੁਸਲਿਮ ਫਿਰਕੇ ਨਾਲ ਸੰਬੰਧਿਤ ਹੈ, ਇੱਕ ਸਿੱਖ ਫਿਰਕੇ ਨਾਲ ਸੰਬੰਧਿਤ ਹੈ। ਕੀ ਭਾਰਤੀ ਨਿਆਂ ਪ੍ਰਬੰਧ ਇੱਥੋਂ ਦੇ ਰਾਜਨੀਤਿਕ ਲੋਕਾਂ ਦੇ ਥੱਲੇ ਲੱਗ ਕੇ ਚੱਲਦਾ? ਭਾਰਤੀ ਨਿਆਂ ਪ੍ਰਬੰਧ ਵਿੱਚ ਇੱਕ ਦਲਿਤ ਜੱਜ ਆਇਆ, ਜਿੱਦਾਂ ਇਹ ਦੱਸਦੇ ਸੀ, ਦਲਿਤਾਂ ਦੀ ਰਿਪਰੈਜ਼ੈਂਟ 0 ਹੈ, ਬਹੁਤ ਘੱਟ ਹੈ, 0 ਤਾਂ ਨਹੀਂ ਕਹਿ ਸਕਦੇ, ਕਾਫੀ ਘੱਟ ਹੈ। ਟਰਾਈਬਲ ਜੱਜ ਪ੍ਰੋਬਬਲੀ ਇੱਕ ਆਇਆ ਟਰਾਈਬਸ ਤੋਂ। ਤੁਸੀਂ ਵੂਮਨ ਰੈਪਰੈਜ਼ੈਂਟੇਸ਼ਨ ਦੇਖ ਲਓ ਕਿੰਨੀ ਘੱਟ ਹੈ। ਸੋ ਜਿਹੜੇ ਵੀ ਸ਼ੋਸ਼ਿਤ ਪਾਰਟ ਹੈ ਸਾਡੇ ਹਿੰਦੁਸਤਾਨ ਦੇ ਸਮਾਜ ਦਾ, ਉੱਥੇ ਰਿਪਰੈਜ਼ੈਂਟੇਸ਼ਨ ਹੈ ਹੀ ਨਹੀਂ। ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸੋ ਕਾਲਡ ਹਾਈ ਕਾਸਟ, ਉਹੀ ਰਿਪਰੈਜ਼ੈਂਟੇਸ਼ਨ ਹੈ। ਇੱਥੇ ਕੋਈ ਅਕਾਊਂਟੇਬਿਲਟੀ ਨਹੀਂ, ਇੱਥੇ ਕੋਈ ਇਲੈਕਸ਼ਨ ਨਹੀਂ, ਅਤੇ ਉਹੀ ਵੈਲਿਊ ਸਿਸਟਮ ਨਾਲ ਚੱਲਦੇ ਹੈ। ਜਿਹੜੀ ਕੌਨਸਟੀਟਿਊਸ਼ਨਲ ਵੈਲਿਊ ਸਿਸਟਮ ਹੈ ਉਹ, ਹਾਲਾਂਕਿ ਇਹ ਨਹੀਂ ਕਹਿ ਸਕਦੇ ਬੜੇ ਗਲੋਰੀਅਸ ਪੀਰੀਅਡ ਆਏ ਹੈ ਸਾਡੇ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ, ਬੜੀਆਂ ਸੋਹਣੀਆਂ ਜਜਮੈਂਟਸ ਦਿੱਤੀਆਂ ਗਈਆਂ, ਪਰ ਜਿਹੜੀ ਮੌਜੂਦਾ ਹਾਲਾਤ ਹੈ, ਕਿਉਂਕਿ ਮੌਜੂਦਾ ਹਾਲਾਤ ਤਾਂ ਸੰਵਿਧਾਨ ਦੇ ਬਿਲਕੁਲ ਖਿਲਾਫ ਜਾ ਰਹੇ। 2014 ਤੋਂ ਜਦੋਂ ਤੋਂ ਸਰਕਾਰ ਆਈ ਹੈ, ਉਹਨਾਂ ਨੇ ਸੰਵਿਧਾਨ ਦੀ ਆਰਟੀਕਲ ਵਾਈਜ਼ ਆਰਟੀਕਲ ਉਲੰਘਣਾ ਕੀਤੀ। ਧਰਮ ਦੇ ਨਾਮ 'ਤੇ ਇਲੈਕਸ਼ਨ ਜਿੱਤ ਰਹੇ ਆ, ਲੜ ਰਹੇ ਆ, ਜਦੋਂ ਕਿ ਸੰਵਿਧਾਨ ਕਹਿੰਦਾ ਧਰਮ ਦੇ ਨਾਮ 'ਤੇ ਅਸੀਂ ਵੋਟ ਵੀ ਨਹੀਂ, ਇੱਕ ਵੋਟ ਨਹੀਂ ਮੰਗ ਸਕਦੇ। ਇੱਥੇ ਧਰਮ ਦੇ ਨਾਮ 'ਤੇ ਇਲੈਕਸ਼ਨ ਆਫਟਰ ਇਲੈਕਸ਼ਨ ਜਿੱਤੀ ਜਾ ਰਹੀ ਹੈ, ਧਰਮ ਦੇ ਨਾਮ 'ਤੇ ਦੰਗੇ ਕਰਵਾਏ ਜਾ ਰਹੇ, ਧਰਮ ਦੇ ਨਾਮ 'ਤੇ ਕਤਲੇਆਮ ਕੀਤੇ ਜਾ ਰਹੇ, ਔਰ ਉਸ ਦੇ ਬਾਵਜੂਦ ਇਲੈਕਸ਼ਨ ਕਮਿਸ਼ਨ ਚੁੱਪ ਹੈ, ਹਾਈ ਕੋਰਟ ਚੁੱਪ ਹੈ, ਸੁਪਰੀਮ ਕੋਰਟ ਚੁੱਪ ਹੈ। ਤੁਹਾਡੇ ਸਾਹਮਣੇ ਘਰ ਤੋੜੇ ਜਾ ਰਹੇ ਬਿਨਾਂ ਕਾਨੂੰਨ ਤੋਂ, ਉਸ ਦੇ ਬਾਵਜੂਦ ਕੋਈ ਹਾਈ ਕੋਰਟ ਨਹੀਂ ਬੋਲਦਾ, ਇੱਕ ਦਾ ਕੋਈ ਜੱਜ ਕੋਈ ਬੋਲਦਾ, ਬਟ ਘਰ ਤਾਂ ਟੁੱਟ ਗਿਆ। ਉਹਨੂੰ ਤਾਂ ਇੱਦਾਂ ਦੀ ਚੀਜ਼ ਵੀ ਤਾਂ ਤੁਹਾਨੂੰ ਦਿਨਾਂ ਦੇ ਫੈਸਲੇ ਦੇਣੇ ਚਾਹੀਦੇ ਆ। ਸੁਪਰੀਮ ਕੋਰਟ ਨੇ ਹਾਲੇ ਤੱਕ ਨਹੀਂ ਕਿਹਾ ਕਿ ਬੁਲਡੋਜ਼ਰ ਲੈ ਕੇ ਦਿੱਲੀ ਵੀ ਤੋੜੇ ਉਹਨਾਂ ਨੇ। ਪਹਿਲਾਂ ਰॉयट्स ਹੋਏ, ਪਹਿਲਾਂ ਤੁਸੀਂ ਕਤਲ ਕੀਤਾ ਮੁਸਲਿਮ ਕਮਿਊਨਿਟੀ ਨੂੰ, ਫਿਰ ਤੁਸੀਂ ਉਹਨਾਂ ਨੂੰ ਮੁਜਰਮ ਬਣਾ ਦਿੱਤਾ, ਫਿਰ ਉਹਨਾਂ ਦੇ ਘਰ ਤੋੜਤੇ, ਔਰ ਘਰ ਵੀ ਸਿਸਟਮੈਟਿਕਲੀ ਗੈਸ ਸਿਲੰਡਰਾਂ ਤਾਂ ਕਿ ਦੁਬਾਰਾ ਬਣਾਉਣੇ ਸਕਣ, ਛੱਤਾਂ ਤੱਕ ਗਿਰ ਗਈਆਂ। ਉਸ ਹਾਲਾਤ ਵਿੱਚ ਸੁਪਰੀਮ ਕੋਰਟ ਬਿਲਕੁਲ ਉਹੀ ਗੱਲ, 84 ਵੀ ਸਿੱਖ ਮਾਰੇ ਜਾ ਰਹੇ ਸੀ, ਸੁਪਰੀਮ ਕੋਰਟ ਸੁੱਤਾ ਪਿਆ ਸੀ, ਹਾਈ ਕੋਰਟ ਸੁੱਤਾ ਪਿਆ ਸੀ, ਮੈਜਿਸਟਰੇਟ ਸੁੱਤਾ ਪਿਆ ਸੀ, ਹਰ ਕੋਲ ਇੰਨੀ ਪਾਵਰ ਹੈ ਆਪਣੇ ਇਲਾਕੇ ਵਿੱਚ, ਮਗਰ ਨਹੀਂ ਲਈ। ਇਸ ਕਰਕੇ ਦੇਸ਼ ਟੁੱਟਦਾ ਹੈ ਇੱਦਾਂ। ਜਦੋਂ ਮਿਨੋਰਿਟੀਜ਼ ਨੂੰ ਟਾਰਗੇਟ ਕਰਕੇ ਤੁਸੀਂ ਮੈਜੋਰਿਟੀ ਕਮਿਊਨਿਟੀ ਨੂੰ ਖੁਸ਼ ਕਰਕੇ ਵੋਟਾਂ ਲੈਂਦੇ ਹੋ, ਇਹ ਹੈ ਤਾਂ ਬੜੀ ਚਲਾਕੀ। ਇਹ ਲੱਗਦਾ ਕਿ ਬਹੁਤ ਚੰਗਾ ਕੰਮ ਕਰ ਰਿਹਾ, ਪਰ ਦੇਸ਼ ਕਮਜ਼ੋਰ ਹੁੰਦਾ, ਦੇਸ਼ ਟੁੱਟਦਾ। ਜਿਹੜਾ ਨਾਅਰਾ ਲਾ ਰਿਹਾ ਖੰਡ ਭਾਰਤ ਦਾ, ਇਹ ਐਕਚੁਅਲੀ ਖੰਡ ਭਾਰਤ ਦਾ ਸ਼ੁਰੂਆਤ ਹੈ। ਕਿਉਂਕਿ ਜਿੱਦਣ ਤੁਸੀਂ ਮਿਨੋਰਿਟੀ ਤਾਂ ਛੋਟੀ ਜਿਹੀ ਬਹੁਤ ਔਖੀ ਕਰਦੀ ਤੁਹਾਨੂੰ, 2 ਕਰੋੜ ਮਿਨੋਰਿਟੀ, 16 ਕਰੋੜ ਇੱਥੇ ਮੁਸਲਿਮ, 1 ਕਰੋੜ 2 ਕਰੋੜ ਕ੍ਰਿਸਚਨ, ਔਰ ਤੁਸੀਂ ਸੋਚਦੇ ਕਿ ਨਾ ਸਭ ਨੂੰ ਤੁਸੀਂ ਚੁੱਪ ਕਰਾ ਲਓਗੇ। ਦੇਸ਼ ਟੁੱਟ ਜਾਂਦੇ ਨੇ, ਬਹੁਤ ਵੱਡੇ ਵੱਡੇ ਦੇਸ਼ ਟੁੱਟ ਜਾਂਦੇ ਨੇ। ਉੱਥੇ ਨੀਗਰੋ ਸਿਰਫ 12% ਹੈ ਅਮਰੀਕਾ ਵਿੱਚ, ਇੱਕ ਨੀਗਰੋ ਮਰਦਾ ਤਾਂ ਸਾਰਾ ਦੇਸ਼ ਤਬਾਹ ਬੰਦ ਹੋ ਜਾਂਦਾ। ਤਾਂ ਇਸ ਕਰਕੇ ਇਹ ਤਾਂ ਬਹੁਤ ਵੱਡੀ ਭੁੱਲ ਹੈ ਕਿ ਤੁਸੀਂ ਮੁਸਲਮਾਨਾਂ ਨੂੰ ਕਦੀ ਸਪਰੈਸ ਕਰਕੇ ਸੈਕੰਡ ਕਲਾਸ ਸਿਟੀਜ਼ਨ ਬਣਾ ਪਾਓਗੇ।
अदरवाइज देश टुटेगा, इस तो कोई डाउट ही नहीं है। और जिदा के हालात पैदा हो गए ने, देश हमेशा नवे बनते हैं जो इंटरनेशनल सिचुएशन बदलती है, जो कोई वॉर होंगी उहदे देश बनते हैं, उहदे तो बनते नहीं। शांति थानू लगता कि कश्मीर हुण बड़ा शांत है, बट ये नहीं है। वो तो ज्वालामुखी बन के अंडरग्राउंड हो गया सारा। जिद्दां साडी लड़ाई हुई चीन नाल, जिद्दां साडी अगली लड़ाई हुई चाइना नाल, पाकिस्तान नाल, जिस तरह असीं कदी बांग्लादेश बनाना सी उन्होंने बना देना। ये हमेशा इदां हुंदा, जो सारी पॉपूलेशन थोड़े खिलाफ है, और जिद्दन उन्होंने वैपन मिले वो कोई भी आर्मी नहीं लड़ सकती, हर बंदे थोड़ी लड़ सकती। साढ़े को 18 लाख आर्मी है, 6 लाख असीं ऑलरेडी डिप्लॉय की है, बाकी 12 लाख इधर तुरी फिरदी सारी। तो तुसीं कश्मीरी 50 लाख होणगे, उन्होंने किवें लड़ांगे? कोई भी पंजाबी किन्ने है। इस करके जे ये पॉलिसीज तो उधर जा रही हैं जिधर देश टुट जाएगा। जेड़ा भी देश प्रेमी है उन्होंने डर लगना चाहिए। उन्होंने असीं इसलिए कह रहे हैं, ਜਿਹੜੇ लोग बार बार कह रहे हैं कि जुडिशरी स्ट्रोंग होवे, वो देश बचाने की गल कर रहे हैं। वो बार बार कह रहे हैं जुडिशरी को कि तुसीं रोक सकते हो, थोड़े कोल पावर है, अज सरकार नूं रोक लो, अज इदां दे फैसले ना दो कि वो इनकरेज होवे। और ये हर फैसले नाल सरकार इनकरेज हो रही है कि जिहड़ा उन्हां दा एजेंडा है कि इहनूं यूनी कह लो, इक्को धर्म के देश बना लो, जे इक्को भाषा का देश बना लो, ਜਾਂ सारी डाइवर्सिटी खत्म कर दिओ, उधर तुरी हो है। ये सारे सब नूं पता है, संभव है। मैं सब लगता भी यार कभी भी नहीं, साढ़े देश में कोई राजा नहीं कर सकिया गवर्न इस कंट्री नूं, जब तक उन्हें अकबर की पॉलिसी नहीं, जब तक उन्हें अशोक की पॉलिसी नहीं, जब तक चंद्रगुप्त मौर्य की पॉलिसी नहीं। वो सारिया पॉलिसियां ये कहंदियां, तुसीं किते विल पढ़ो बाबर दी, वो की एडवाइस दे रहे हुमायूं नूं कि देख इत्थे गां की हत्या ना होंदी, क्योंकि बहुत सारे इस समाज के लोग है जिहड़ी गां की पूजा करते, उत्थे ना होण नहीं, ना उन्होंने इनकरेज कर। इदां दी एडवाइस दे के हो गया जिन्होंने आपां कहने कट्टरपंथी। तो जे उहनूं समझ आ गया इन्ने थोड़े समय में अशोक नूं, तुसीं देख लिया देश कभी भी इत्थे गवर्न नहीं हो सकिया जब तक उदां दा बंदा नहीं आया जिहने सारे धर्मां की इज्जत भी की, सारे कम्यूनिटीज़ नूं प्रॉस्पर होने का मौका दिता, तां कि देश इकट्ठा रहा। अंग्रेज़ों की सारी एडमिनिस्ट्रेशन चाहे आप कहने डिवाइड एंड रूल है, बट उन्होंने इंपार्शली सब नूं प्रोटेक्ट भी किया। जिन्ने कानून उन्होंने दलितों के हक में पास किए हैं, उन्हें इंडिपेंडेंट इंडिया भी नहीं पास किए अंग्रेज़ों ने। तो इसलिए उन्होंने जी भीमा कोरेगांव की जजमेंट है या उन्होंने प्रोटेस्ट है, इस तक गुस्सा आता है। वो सिंपल एक इदां दा सैमीनार से जिस ते उन्होंने केस बना के 4-4 साल बंदे अंदर रखा होया। सो वो डरते ने मिनोरिटीज़ तो जिद्दन इकट्ठियां हो जाएगियां विद द दलित समाज, असी मेजोरिटी हैं, दलित मुस्लिम सिख ईसाई ये है मेजोरिटी। हिंदू कितने मेजोरिटी है कंट्री दे? ना जट मेजोरिटी है, जट कितने दे हिंदू है। सो बेसिकली मेजोरिटी तो असी हैं सारे खड़े। और ऐसा उन्होंने साढ़े दिमाग विचार पाता कि हिंदू मेजोरिटी देश है। हिंदू मेजोरिटी देश है ही नहीं, ये बेसिकली दलित ट्राइबल मिनोरिटीज़ का देश है। और सारा जोर ला लिया बना के जेड़ा थोड़े नाल विआह नहीं करता वो कहता हिंदू। हर दलित के घर तुसीं रोटी नहीं खाते अगे दिल हो गए हिंदू है। कितना बेवकूफ़ बनाया जा रहा है पूरे देश में। जिद्दन दलितों ने समझ आ गया कि तुहाडे दोस्त असी हैं, असी भी कुछ लिया, तुसीं भी कुछ लिया, तुसीं भी जित्ते करे, जिद्दन इकट्ठे हो गए उदन आज़ादी है। वैसे किताबां च बच्चों को पढ़ाया जा रहा है भी दुनिया की सब तो बड़ी डेमोक्रेसी है डेमोक्रेसी कई पक्षां है। आफ्टर वोटां नाल इलैक्शनां हुंदियां, ये ठीक है कि कुछ समय लिए तुसीं बेवकूफ़ बनाया जा सकता, कुछ समय लिए बना भी रहे हैं, बड़ा वड्डा मुल्क है, मगर कुछ समय लिए है। जिस तरह सरकार की ताकत 6 साल पहले से अज है, जिस तरह किसान अंदोलन ने दिखाता है कितनी कमज़ोर सरकार है, वो अज कर सकती है। ये तो जिद्दन पंजाब नूं नहीं गवर्न कर सकते, जिथे भी थोड़ी बहुती भी लोगों में ऑपोजिशन लीडरशिप है उत्थे वो हार ही जाती है। वो तो कांग्रेस ने गिफ्ट दिता होया, जब कांग्रेस ने लीडरशिप एमर्ज नहीं होने देनी, ਜਾਂ एक छोटे परिवार तो बाहर जाने नहीं देना लीडरशिप, तो किद्दां मुकाबला करोगे तुसीं बीजेपी तो? मैंने तो कांग्रेस एक्चुअली पार्टनर लगती है बीजेपी की, ਉਹਦੇ करके मोदी चल रहा है, ਉਹਦੇ करके कम्यूनल एजेंडा चल रहा है। अदरवाइज कांग्रेस ने जिथे भी थोड़ी जी भी ऑपोजिशन है उत्थे ये हारी है। जिथे भी लोगों को इन्नी तो समझ है ही ना कि भाईचारे ना जिंदगी चलती है, लड़ाई ना कद तक लड़ी जाओगे, कद तक कतल करी जाओगे, तो एक बंदे ने फड़ के कतल नहीं कर सकते। की लगता भी जे जिद्दां दी घटनावां वापर रही ने, जे लोगों सामने कोई रास्ता बचा, जे सुप्रीम कोर्ट तो भी न्याय नहीं मिल रहा तो लोग किधर जाण? तो आप ही फिर डिफेंड करना पऊगा ना लोगों ने, ताई तो लोग आप डिफेंड कर रहे हैं। अल्टीमेटली हुण एक बार सिखां नूं कतलेआम हो गया, नैक्सट टाइम सिख थोड़ी बंदूकां हैंड ओवर करनगे किसान पुलिस अफसरां नूं। दिल्ली पहले पुलिस आई, उन्होंने तो हथियार लाए, फिर आया क्राउड, कतल शुरू आया। हुण इस बार किसी सिख नूं समझा सकते हो कि बंदूकां दिओ? वो कहंदे पहलां मारांगे फिर मरांगे। इदां हुण मुसलमानां नूं समझ आ गया, उन्होंने को वो तो कसाई है, वो तो जानते हैं किद्दां कट्टना वरना, वो तो उन्होंने तो उल्टी नहीं आती खून देख के, किद्दां कर लेंगे? सारी फौज भी रल जाएगी तां भी देश हो सकता है। ये तो बड़ा छोटा
छोटी ਨੀਅਰ ਵਿਜ਼ਨ ਕਹਿ ਲਓ, ਬਿਲਕੁਲ ਇਮੈਚੁਰ ਬੇਵਕੂਫੀ ਕਹਿ ਸਕਦੇ ਹਾਂ। ਇਹ ਸੋਚਣਾ ਕਿ ਇਸ ਦੇਸ਼ ਨੂੰ ਦੀ ਮਿਨੋਰਿਟੀ ਨੂੰ ਚੁੱਪ ਕਰਾਇਆ ਜਾ ਸਕਦਾ ਜਾਂ ਸਪਰੈਸ ਕਰਾਇਆ ਜਾ ਸਕਦਾ। ਅੰਗਰੇਜ਼ ਨੇ ਸਮਝ ਉਹ ਨਹੀਂ ਕਰਾ ਸਕੇ। ਉਹਨਾਂ ਨੇ ਸਭ ਨੇ ਮਿਨੋਰਿਟੀ ਨੂੰ ਪਾਰਟਨਰ ਬਣਾਇਆ। ਉਹਨਾਂ ਨੇ ਹਰ ਕਮਿਊਨਿਟੀ ਨੂੰ ਉਹਦੀ ਜਗ੍ਹਾ ਦਿੱਤੀ, ਉਹਨੂੰ ਆਨਰ ਦਿੱਤਾ, ਉਹਨਾਂ ਨੂੰ ਇੰਪਲੋਇਮੈਂਟ ਦਿੱਤੀ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਤਾਂ ਕਿ ਤੇ ਦੇਸ਼ ਗਵਰਨ ਕਰ ਸਕੇ 150 ਸਾਲ। ਇੱਥੇ 70 ਸਾਲ ਵੀ ਬੜੇ ਪਿਆਰ ਨਾਲ ਇਸੇ ਦੇਸ਼ ਚੱਲ ਰਿਹਾ ਸੀ। ਆ ਪਿਛਲੇ 6 ਸਾਲ ਤੋਂ ਸੋਚਦੇ ਪਤਾ ਨਹੀਂ ਕੀ ਗੱਲ ਹੈ। ਇਹ ਤਾਂ ਬੜਾ ਬਹੁਤ ਵੱਡੀ ਗਲਤੀ ਸੋਚ ਰਹੇ। ਇਹ ਦੇਸ਼ ਨੂੰ ਬਿਲਕੁਲ ਮੈਨੂੰ ਤਾਂ ਲਿਟਰਲੀ ਜੇ ਤੁਸੀਂ ਥੋੜ੍ਹਾ ਜਿਹਾ ਵੀ ਪਿਆਰ ਕਰਦੇ ਹੋ ਤਾਂ ਤੁਹਾਨੂੰ ਇਹ ਸਮਝ ਆਉਣਾ ਚਾਹੀਦਾ ਕਿ ਕਦੀ ਵੀ ਇੱਕ ਕਮਿਊਨਿਟੀ ਦਾ ਏਜੰਡਾ ਕਦੀ ਨਹੀਂ ਲਾਗੂ ਹੁੰਦਾ। ਵੱਡੇ ਵੱਡੇ ਡਿਕਟੇਟਰ ਆ ਗਏ, ਹਾਰ ਗਏ, ਇਹ ਵੀ ਹਾਰ ਜਾਏਗਾ। ਇਹ ਵੀ ਨਵਾਂ ਹੁਣ ਆਇਆ, ਇਹ ਵੀ ਵਹਿਮ ਸਾਰਾ ਇੱਕ ਵਹਿਮ ਖਤਮ ਹੀ ਹੋ ਜਾਂਦੇ। ਵੈਸੇ ਇੱਕ ਆਖਰੀ ਸਵਾਲ ਕਰਨਾ ਚਾਹਾਂਗੇ ਪੰਜਾਬ ਸਰਕਾਰ ਬਾਰੇ। ਪੰਜਾਬ ਸਰਕਾਰ ਜੋ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਆਈ ਸੀ, ਅੱਜ ਜੀਰੇ 'ਚ ਫੈਕਟਰੀ ਚੁਕਵਾਈ ਜਾ ਰਹੀ ਹੈ, ਧਰਨਾ ਚੁਕਵਾਇਆ ਜਾ ਰਿਹਾ। ਜਿਹੜੇ ਲੋਕ ਮੰਗ ਕਰ ਰਹੇ ਆ ਉਹਨਾਂ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ। ਕਿੱਦਾਂ ਦੇਖਦੇ? ਨਹੀਂ, ਇਹਨਾਂ ਨੇ ਜਲੰਧਰ ਦੇ ਵਿੱਚ ਲੋਕਾਂ ਨੇ ਕਲੋਨੀ ਤੋੜੀ ਹੈ ਪਿਛਲੇ ਹਫ਼ਤੇ। ਇਹ ਹੁਣ ਜੀਰਾ ਫੈਕਟਰੀ ਦੇ ਲੋਕਾਂ ਦੇ ਜੇ ਗੋਲੀ ਚਲਾਉਣਗੇ ਤਾਂ ਮਹਿੰਗੀ ਪਏਗੀ, ਕਿਉਂਕਿ ਜਿਹੜਾ ਮੇਨ ਮੁੱਦਾ ਹੈ ਪੋਲਿਊਸ਼ਨ ਦਾ, ਉਹ ਪਾਣੀ ਉਹਨਾਂ ਦਾ ਪ੍ਰਦੂਸ਼ਿਤ ਹੋ ਗਿਆ, ਹਵਾ ਵੀ ਸਵਾਹ ਹੈ, ਉਹਨੂੰ ਤਾਂ ਨਜ਼ਰਅੰਦਾਜ਼ ਕਰ ਰਹੇ ਨੇ। ਹਾਈ ਕੋਰਟ ਨੂੰ ਇਹ ਦੱਸ ਹੀ ਨਹੀਂ ਰਹੇ ਕਿ ਇਹ ਫੈਕਟਰੀ ਜ਼ਮੀਨ ਦਾ ਪਾਣੀ ਪ੍ਰਦੂਸ਼ਿਤ ਕਰ ਚੁੱਕੀ। 15 ਸਾਲ ਦਾ ਖਰਚਾ ਫੈਕਟਰੀ ਲੈਣ ਤੋਂ ਬਜਾਏ ਉਹ ਲੋਕਾਂ ਨੂੰ ਉਹ ਹਾਈ ਕੋਰਟ ਨੂੰ ਉਲਟਾ ਦੱਸ ਰਹੇ ਨੇ ਕਿ ਜੀ ਪ੍ਰਦੂਸ਼ਣ ਤਾਂ ਹੈ ਨਹੀਂ। ਤਾਂ ਫਿਰ ਹਾਈ ਕੋਰਟ ਕੀ ਕਰੇਗਾ? ਫਿਰ ਤਾਂ ਕਾਨੂੰਨ ਇਹੀ ਕਹਿੰਦਾ ਜੇ ਪ੍ਰਦੂਸ਼ਣ ਨਹੀਂ ਫਿਰ ਤਾਂ ਚੱਲਣ ਦਿਓ। ਉਹਨਾਂ ਨੂੰ ਤੁਸੀਂ ਜਿਹੜੀ ਪਰਮਿਸ਼ਨਾਂ ਸਰਕਾਰ ਨੇ ਦਿੱਤੀਆਂ ਉਹ ਵਾਪਸ ਲੈ ਲੈਣ, ਫੈਕਟਰੀ ਬੰਦ ਹੋ ਜਾਏਗੀ। ਸੋ ਕਲੀਅਰਲੀ ਸਰਕਾਰ ਚਲਾਕੀ ਵੀ ਕਰ ਰਹੀ ਹੈ, ਲੋਕਾਂ ਨਾਲ ਝੂਠ ਹੀ ਬੋਲ ਰਹੀ ਹੈ, ਲੋਕਾਂ ਦੇ ਹੱਕਾਂ ਨੂੰ ਖਤਮ ਵੀ ਕਰ ਰਹੀ ਹੈ। ਧੰਨਵਾਦ ਜੀ ਸਮਾਂ ਦੇਣ ਲਈ। ਇਹ ਸਨ ਰਾਜਵਿੰਦਰ ਸਿੰਘ ਬੈਂਸ ਜੀ, ਜਿਨ੍ਹਾਂ ਨੇ ਬੜੇ ਵਿਸਥਾਰ 'ਚ ਦੱਸਿਆ ਕਿ ਭਾਰਤੀ ਨਿਆਂ ਪ੍ਰਬੰਧ ਜੇ ਲੋਕਾਂ ਦੀ ਨਹੀਂ ਸੁਣੂਗਾ, ਲੋਕਾਂ ਦੀ ਗੱਲ ਨਹੀਂ ਕਰੂਗਾ, ਲੋਕਾਂ ਨੂੰ ਨਿਆਂ ਨਹੀਂ ਦਊਗਾ ਤਾਂ ਕੀ ਵਾਪਰ ਸਕਦਾ। ਲੋਕਾਂ 'ਚ ਜਿਹੜੇ ਘੱਟ ਗਿਣਤੀ ਹੈਗੇ ਆ, ਚਾਹੇ ਉਹ ਦਲਿਤ ਨੇ ਜਾਂ ਮੁਸਲਿਮ ਨੇ ਜਾਂ ਸਿੱਖ ਨੇ, ਉਹਨਾਂ ਨਾਲ ਅਦਾਲਤਾਂ ਧੱਕਾ ਕਰਨਗੀਆਂ। ਤਾਂ ਆਫਟਰ ਆਲ ਇਸ ਦੇਸ਼ ਦੇ ਵਿੱਚ ਕੋਈ ਨਾ ਕੋਈ ਤਾਂ ਆਧਾਰ ਹੋਣਾ ਚਾਹੀਦਾ। ਲੋਕਾਂ ਨੂੰ ਇਹ ਮਿਲਣਾ ਚਾਹੀਦਾ ਕਿ ਅਸੀਂ ਜਿਸ ਦੇਸ਼ 'ਚ ਰਹਿੰਦੇ ਹਾਂ ਉਹ ਵਾਕਈ ਡੈਮੋਕ੍ਰੇਟਿਕ ਆ। ਲੋਕਾਂ ਨੂੰ ਇਹ ਜਿਹੜੀ ਇੱਛਾ ਲੋਕਾਂ ਦੀ ਜੋ ਪੜ੍ਹਾਇਆ ਜਾਂਦਾ ਕਿਤਾਬਾਂ ਦੇ ਵਿੱਚ ਕਿ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਰਹਿੰਦੇ ਹਾਂ, ਸਾਨੂੰ ਰਾਈਟ ਮਿਲਣ। ਪਰ ਜੇਕਰ ਇੱਦਾਂ ਅਦਾਲਤਾਂ ਵੱਲੋਂ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਨੇ ਉਹਨਾਂ ਦੀ ਸਜ਼ਾ ਘੱਟ ਕਰ ਦਿੱਤੀ ਜਾਊਗੀ, ਰੇਪਿਸਟ ਜਿਹੜੇ ਹੈਗੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਜਾਊਗਾ, ਜਿਹੜੇ ਲੋਕਾਂ ਨਾਲ ਜਿਹੜੀਆਂ ਔਰਤਾਂ ਨਾਲ ਰੇਪ ਹੋਇਆ ਉਹਨਾਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਜਾਣਗੀਆਂ, ਤਾਂ ਵਾਕਈ ਸਥਿਤੀ ਗੰਭੀਰ ਆ। ਜੁੜੇ ਰਹੋ ਰੇਡੀਓ ਸਪਾਈਸ ਦੇ ਨਾਲ। ਮੈਂ ਕਰਮ ਸਿੱਖਾ, ਕੈਮਰਾਮੈਨ ਰਹਿਣ।